ਪਿਓ ਨੇ ਪੂਰਾ ਪੂਰਾ ਬਣਾ ਬਣਾ ਕੇ ਤੇ ਉਹਨੂੰ ਘਰ ਅਸੀਂ ਕੀ ਕਰੀਏ ਹੁਣ ਇਸ ਘਰ ਵਿੱਚ ਰਹਿ ਕੇ। ਜਿਹੜਾ ਜ਼ਹੀਰ ਨਾਮੀ ਜਿਹੜਾ ਇਹਦਾ ਯਾਰ ਸੀ ਉਹ ਉਹਦੇ ਨਾਲ ਕਿਸ ਤਰ੍ਹਾਂ ਰਾਬਤਾ ਹੋਇਆ ਸੀ ਇਹਦਾ? ਮੋਬਾਇਲ ਤੇ ਰਾਬਤਾ ਹੋਇਆ, ਉਹਦੀ ਮਾਂ ਵੀ, ਉਹ ਵੀ ਤੇ ਉਹਦੀ ਵੱਡੀ ਭੈਣ ਵੀ। ਮੋਬਾਇਲ ਤੇ ਲੱਗੀ ਰਹਿਣਾ, ਮੋਬਾਇਲ ਤੇ ਬਸ ਲੱਗੀ ਰਹਿਣਾ। ਉਹਨੇ ਕਿਹਾ ਕਿ ਮੋਬਾਇਲ ਤੇ ਲੱਗੀ ਰਹਿੰਦੀ ਰਹੀ है। अस्सलाम वालेकुम नाज़रीन, मैं हूं एडी मलिक और बसंत के दिनों में एक ऐसा दिल खराश वाक़या पेश आता है कि एक ख़ातून जिसे 6 साल पहले दुल्हन बनाकर इस बूढ़े वालदैन ने अपने बेटे के लिए इस घर में लेकर आए और फिर वो ख़ातून किस तरह से मोबाइल फ़ोन का नाजायज़ इस्तेमाल करती है, टिकटॉक पर गैर मर्दों के साथ ताल्लुकात बना लेती है। संत के दिनों में जहाँ हर शहरी जो लाहौर में रहने वाला था वो खुश था, लेकिन उसी खुशियों के दौरान इन बूढ़े वालदैन को क्या अंदाज़ा था कि इनके ये दो जो पोते हैं वो अब हमेशा के लिए यतीम हो चुके हैं। इन बूढ़े वालदैन को नहीं पता था कि इनकी बहू जो एक नागन के रूप में इनके घर में आई और इनके घर को हथियाने के लिए, जिसने एक आरफ वाला के नौजवान के साथ टिकटॉक पर दोस्ती बनाई और फिर उसे आरफ वाला से इस घर के अंदर बुलाया और अपने खावंद को पहले नशा पिलाया, उसको नींद बेहोश किया और फिर उसके बाद उसके मुंह पर तकिया रख के उसे गोली मार के अब्दी नींद सुला दिया। अब इनका मुतालबा सिर्फ ये है कि ये जो मुलजमान है, ये जो नागन जिसे पुलिस ने गिरफ़्तार कर लिया, और पुलिस को कैसे पता चला कि इस नौजवान जिसका नाम कासम है उसकी कातिल कोई और नहीं बल्कि उसी की अपनी बीवी है, क्यों उसने कासम को कत्ल किया, ये सारी कहानी कासम के वालिदैन की होया सी। उस दिन ਇਹ ਜਿਹੜੀ ਨਾਗਨ ਤੁਸੀਂ ਲਿਆਂਦੀ ਸੀ ਜਿਹਨੇ ਤੁਹਾਡੇ ਬੇਟੇ ਨੂੰ ਹੀ ਡਸ ਲਿਆ ਤੇ ਤੁਹਾਨੂੰ ਪਤਾ ਹੀ ਨਹੀਂ ਚੱਲਿਆ ਸੀ ਕਿ ਕੀ ਹੋਇਆ ਘਰ ਦੇ? ਪਤਾ ਨਹੀਂ ਚੱਲਿਆ, ਅਸੀਂ ਦੂਸਰੇ ਕਮਰੇ 'ਚ ਪਏ ਹਾਂ, ਦਰਵਾਜ਼ਾ ਬੰਦ ਸੀ ਤੇ ਉਹਨੇ ਆਪਣੇ ਇੱਥੇ ਡਰਾਇੰਗ ਰੂਮ 'ਚ ਤੇ ਕੋਈ ਨਹੀਂ, ਉਦੋਂ ਸਰਦੀ ਹੈਗੀ ਸੀ। ਹਾਂ ਬਿਲਕੁਲ। ਤੇ ਉਹਨੇ ਇੱਥੇ ਬਿਠਾ ਕੇ ਤੇ ਉਹਨੂੰ ਬਾਹਰ ਦਿੱਤਾ। ਉਦੋਂ ਕਹਿੰਦੇ ਕਿ ਗੋਲੀ ਚਲਾ ਦੇ ਤੇ ਅਸੀਂ ਜਦੋਂ ਗੋਲੀ ਚਲਾਈ ਸੀ ਤੁਹਾਡੇ ਬੱਚੇ ਨੂੰ ਮਾਰਿਆ ਸੀ, ਦਿਨ ਦਾ ਟਾਈਮ ਸੀ ਕਿ ਰਾਤ ਦਾ ਟਾਈਮ ਸੀ? ਰਾਤ ਦਾ ਟਾਈਮ ਸੀ। ਰਾਤ 1 ਵਜੇ ਦਾ ਟਾਈਮ ਸੀ, 1:06 ਤੇ ਗੋਲੀ ਚੱਲੀ ਹੈ। ਇਹ ਤੁਹਾਡੀ ਨੂੰਹ ਦਾ ਕੀ ਨਾਮ ਹੈਗਾ ਸੀ? ਰਮੈਹਾ। ਤੇ ਰਮੈਹਾ ਦੀਆਂ ਤੁਸੀਂ ਹਰਕਤਾਂ ਕਦੀ ਨੋਟ ਨਹੀਂ ਸੀ ਕੀਤੀਆਂ ਕਿ ਕੀ ਕਰਦੀ ਹੈ? ਨਾ, ਮੈਨੂੰ ਮੋਬਾਇਲ ਤੇ ਲੱਗੀ ਰਹਿਣਾ, ਮੋਬਾਇਲ ਤੇ ਬਸ ਲੱਗੀ ਰਹਿਣਾ। ਉਹਨੇ ਕਿਹਾ ਕਿ ਮੋਬਾਇਲ ਤੇ ਲੱਗੀ ਰਹਿੰਦੀ ਰਹੀ ਹੈ। ਮੈਂ ਨਹੀਂ, ਤੁਸੀਂ ਕਦੀ ਪੁੱਛਿਆ ਨਹੀਂ ਕਿ ਮੋਬਾਈਲ ਦੇ ਵਿੱਚ ਤੂੰ ਕਿਹੜਾ ਕਾਰੋਬਾਰ ਕਰਨੀ ਹੈ? ਕਹਿੰਦੀ ਸੀ ਮੈਂ ਇਹ ਕਾਰੋਬਾਰ ਕਰਨੀ ਆ। ਅੱਛਾ। ਆਹੋ ਕਹਿੰਦੀ ਸੀ ਕਿ ਮੈਂ ਕੋਈ ਕੰਮ ਕਰਨੀ ਹੈ। ਆਹੋ, ਕਹਿੰਦੀ ਕੰਮ ਕਰਨੀ ਆ ਮੈਂ ਇਹ ਮੋਬਾਇਲ ਤੇ। ਤੇ ਤੁਸੀਂ ਆਪਣੇ ਬੱਚੇ ਨੂੰ ਦੱਸਿਆ ਸੀ ਕਾਸਮ ਨੂੰ ਕਿ ਬੇਟਾ ਇਹ ਮੋਬਾਈਲ ਦੇ ਵਿੱਚ ਲੱਗੀ ਰਹਿੰਦੀ ਹੈ, ਕਿਹੜਾ ਕੰਮ ਕਰਦੀ ਹੈ? ਨਹੀਂ, ਉਹ ਕਹਿੰਦਾ ਸੀ ਕਿ ਅੱਛਾ ਅੰਮੀ ਕੋਈ ਗੱਲ ਨਹੀਂ, ਮੋਬਾਈਲ ਤੇ ਲੱਗੀ ਰਹਿੰਦੀ ਆ ਤੇ ਕੁਛ ਨਹੀਂ ਹੁੰਦਾ ਇਹ। ਅੱਛਾ। ਆਹੋ, ਉਹਨੇ ਮੈਨੂੰ ਇਹ ਜਵਾਬ ਦੇ ਦਿੱਤਾ ਹੈ। ਇਹ ਜਿਹੜਾ ਜ਼ਹੀਰ ਨਾਮੀ ਜਿਹੜਾ ਇਹਦਾ ਯਾਰ ਸੀ ਉਹ ਉਹਦੇ ਨਾਲ ਕਿਸ ਤਰ੍ਹਾਂ ਰਾਬਤਾ ਹੋਇਆ ਸੀ ਇਹਦਾ? ਉਹ ਮੋਬਾਇਲ ਤੇ ਹੀ ਬਸ ਲੱਗੀ ਰਹਿੰਦੀ ਰਹੀ ਹੈ। ਮੋਬਾਇਲ ਤੇ ਰਾਬਤਾ ਹੋਇਆ, ਉਹਦੀ ਮਾਂ ਵੀ, ਉਹ ਵੀ ਤੇ ਉਹਦੀ ਵੱਡੀ ਭੈਣ ਵੀ। ਉਹ 3 ਮਹੀਨੇ ਰਹਿ ਕੇ ਆਈ ਹੈ ਠੋਕਰ ਤੇ ਤੇਰੇ ਪਾਕ ਪਤਨ ਆਰਫ ਵਾਲੇ, ਤੇ ਉਹ ਹੀ ਨਾ ਮੋਬਾਇਲ ਤੇ ਹੀ ਲੱਗੀ ਰਹਿੰਦੀ ਰਹੀ ਹੈ। ਮੋਬਾਇਲ ਤੇ ਹੀ ਰਾਬਤਾ ਹੋਇਆ ਸੀ ਉਹਦਾ। ਤੇ ਉਹ ਮੁੰਡਾ ਵੀ ਪਤਾ ਨਹੀਂ ਇੱਥੇ ਕੋਈ ਕੰਮ ਕਰਦਾ ਹੋਏਗਾ ਜਾਂ ਨਹੀਂ, ਮੈਨੂੰ ਨਹੀਂ ਪਤਾ ਹੈਗਾ ਕਿ ਕੰਮ ਕਰਦਾ ਰਹੇਗਾ ਜਾਂ ਹੁਣ ਮੋਬਾਇਲ ਤੇ ਬਸ ਉਹਦੇ ਨਾਲ ਲਾ ਲਈਆਂ ਤੇ ਇਹ ਕਿ ਕੰਮ। ਤੇ ਤੁਹਾਡੇ ਬੱਚੇ ਨੂੰ ਕਤਲ ਕਰਨ ਦੀ ਵਜ੍ਹਾ ਕੀ ਸੀ? ਹੈ ਕਿਉਂ ਇਹਨੇ ਕਤਲ ਕੀਤਾ ਜੀ? ਅੱਲਾ ਜਾਣੇ ਉਹਨੇ ਕੀ ਕੀਤਾ। ਮੈਂ ਕਿਹੜੀ ਚੀਜ਼ ਦੀ ਕਮੀ ਸੀ ਜਿਹੜਾ ਤੁਹਾਡਾ ਬੱਚਾ ਪੂਰੀ ਨਹੀਂ ਸੀ ਕਰ ਸਕਦਾ? ਕਮੀ ਸੀ ਇਹ ਕੁੜੀ ਵੀ ਹੈ, ਮੁੰਡਾ ਵੀ ਹੈ। ਅੱਲਾਹ ਤਾਲਾ ਦਾ ਸ਼ੁਕਰ ਅਲਹਮਦੁਲਿਲਾ, ਘਰ ਵੀ ਪਿਓ ਨੇ ਪੂਰਾ ਪੂਰਾ ਬਣਾ ਕੇ ਤੇ ਉਹਨੂੰ ਘਰ ਅਸੀਂ ਕੀ ਕਰੀਏ ਹੁਣ ਇਸ ਘਰ ਵਿੱਚ ਰਹਿ ਕੇ। ਅਸੀਂ ਕੀ ਕਰੀਏ ਇਸ ਘਰ ਵਿੱਚ ਰਹਿ ਕੇ। ਪੀ ਲੈ ਮਰਜਮ ਨਵਾਜ਼ ਅੱਗੇ ਦੇ। ਤੇ ਜਿਸ ਦਿਨ ਮਾਂ ਜੀ ਰਾਤ ਨੂੰ ਇਹਨੇ ਗੋਲੀ ਚਲਾ ਕੇ ਤੁਹਾਡੇ ਬੱਚੇ ਨੂੰ ਕਤਲ ਕਰ ਦਿੱਤਾ ਸੀ, ਤੁਹਾਨੂੰ ਗੋਲੀ ਚਲਾਉਣ ਦੀ ਆਵਾਜ਼ ਸੁਣਾਈ ਸੀ ਕਿ ਕੀ ਹੋਇਆ? ਘਰ ਵਿੱਚ ਪਟਾਕੇ ਕਿੱਥੋਂ ਚੱਲੇ? ਦੇਤੀ ਆ ਮੈਂ ਆਵਾਜ਼, ਇਹਨੇ ਕਿਹਾ ਕੋਈ ਗੋਲੀ ਚੱਲੀ ਆ, ਪਤਾ ਨਹੀਂ ਇਹ ਆਵਾਜ਼ ਆ ਗਈ ਹੈ। ਮੈਂ ਕਿਹਾ ਤੇ ਕਹਿੰਦਾ ਇਹ ਕਾਸਮ ਨੂੰ ਇਹ ਗੋਲੀ ਮਾਰ ਦਿੱਤੀ ਉਹਨੇ ਨੇ।
ਮੈਂ ਕਿਹਾ ਅੱਛਾ ਖੂਨ ਦੇ ਵਿੱਚ ਅਸੀਂ ਤੇ ਆਪ ਬੇਹੋਸ਼ ਹੋ ਗਏ ਆ, ਅਸੀਂ ਤਾਂ ਪਤਾ ਹੀ ਨਹੀਂ ਰਿਹਾ ਕਿ ਕੌਣ। ਤੇ ਤੁਸੀਂ ਇਹਨੂੰ ਪੁੱਛਿਆ ਨਹੀਂ ਕਿ ਇਹ ਕੀ ਕੀਤਾ ਹੈ, ਕਿਵੇਂ ਗੋਲੀ ਵੱਜ ਗਈ ਬੱਚੇ ਨੂੰ? ਕਹਿੰਦੀ ਨਹੀਂ ਅਸੀਂ ਮੈਂ ਬੇਹੋਸ਼ ਹੋ ਗਈ ਹਾਂ ਤੇ ਇਹਨੇ ਮੇਰੇ ਨਾਲ ਕੋਈ ਨਹੀਂ ਰਾਬਤਾ ਨਹੀਂ ਹੋਇਆ ਸਾਡਾ। ਤੇ ਤੁਹਾਨੂੰ ਇਹ ਪਤਾ ਕਦੋਂ ਚੱਲਿਆ ਸੀ ਕਿ ਇਹਦਾ ਰੁਮੇਹਾ ਦਾ ਜਿਹੜਾ ਹੈਗਾ ਨਾ ਜ਼ਹੀਰ ਦੇ ਨਾਲ ਕੋਈ ਤਾਲੁਕਾਤ ਬਣ ਗਏ ਸੀ, ਦੋਸਤੀ ਹੋ ਗਈ ਸੀ? ਸਾਲ ਕੁ ਬਾਅਦ ਨਾ ਪਤਾ ਚੱਲ ਗਿਆ ਸੀ ਇਹਨਾਂ ਨੂੰ ਨਾ। ਇਹਨੇ ਦੇਖਿਆ ਕਿ ਰਮੈਹਾ ਇਸ ਟਾਈਮ ਮੋਬਾਈਲ ਚਲਾਉਣ ਲਈ ਹੈ 12 ਵਜੇ, ਤੇ ਇਹ ਉੱਠਦਾ ਕਿ ਪਿਸ਼ਾਬ ਪਸ਼ੂਬ ਕਰਨ, ਤੇ ਮੈਂ ਨਹੀਂ ਉੱਠਦੀ, ਤੇ ਮੈਂ ਜਿੱਥੇ ਪਈ ਹਾਂ ਤੇ ਪੈ ਗਈ ਹਾਂ। ਤੇ ਇਹ ਉੱਠਿਆ ਤੇ ਕਹਿੰਦਾ ਇਹ ਨਾ ਰਮੈਹਾ ਨੇ ਇਹ ਕੰਨਾਂ ਦੇ ਵਿੱਚ ਲਾਇਆ ਹੋਇਆ। ਤੇ ਮੈਂ ਕਿਹਾ ਕੰਨਾਂ ਦੇ ਵਿੱਚ ਲਾ ਕੇ ਤੇ ਮੈਂ ਕੀ ਕਰਦੀ ਹੈ? ਤੇ ਕਹਿੰਦਾ ਇਹ ਮੋਬਾਈਲ ਚਲਾਉਂਦੀ ਪਈ ਆ, ਇਹ ਮੋਬਾਈਲ ਚਲਾਉਂਦੀ ਪਈ। ਸਾਲ ਹੋ ਗਿਆ ਤੇ ਸਾਨੂੰ ਨਹੀਂ ਪਤਾ ਕਿ ਇਹ ਤੁਹਾਨੂੰ ਜ਼ਹੀਰ ਦਾ ਨਹੀਂ ਸੀ ਪਤਾ ਕਿ ਇਹ ਕੌਣ ਹੈ? ਨਹੀਂ, ਸਾਨੂੰ ਨਹੀਂ ਪਤਾ। ਇੰਨਾ ਪਤਾ ਸੀ ਕਿ ਮੋਬਾਈਲ ਇਸਤੇਮਾਲ ਕਰਦਾ। ਹਾਂ, ਮੋਬਾਈਲ ਇਸਤੇਮਾਲ ਕਰਦੀ ਰਹੀ ਹੈ। ਤੁਸੀਂ ਇਹਦੇ ਮਾਂ ਨੂੰ ਜਾਂ ਇਹਦੇ ਪਿਓ ਨੂੰ ਨਹੀਂ ਸ਼ਿਕਾਇਤ ਲਾਈ ਕਿ ਇਹ ਮੋਬਾਈਲ ਦੇ ਵਿੱਚ ਵੜੀ ਰਹਿੰਦੀ ਹੈਗੀ ਹੈ? ਨਹੀਂ, ਮੋਬਾਈਲ 'ਤੇ ਮੈਂ ਕਿਹਾ ਚਲੋ ਵਿਹਲੀ ਹੈਗੀ ਆ ਘਰ ਵਿੱਚ, ਤੇ ਉਦੋਂ ਮੈਂ ਵੀ ਸਹੀ ਹੈਗੀ ਸਾਂ, ਤੇ ਸਬਜ਼ੀ ਸੁਬਜ਼ੀ ਮੈਂ ਬਣਾ ਦੇਣੀ, ਤੇ ਉਹਨੇ ਰੋਟੀ ਹਾਂਡੀ ਪਕਾ ਕੇ ਤੇ ਦੇ ਦੇਣੀ ਕਿ ਇਹ ਲਓ ਫੜੋ ਇਹ। ਤੇ ਮਾਂ ਜੀ, ਕਾਸਮ ਨੂੰ ਜਦੋਂ ਤੁਸੀਂ ਗੋਲੀ ਲੱਗਣ ਤੋਂ ਬਾਅਦ ਖੂਨ ਦੇ ਵਿੱਚ ਲੱਤ-ਪੱਤ ਵੇਖਿਆ, ਇਹ ਤੁਹਾਡੀ ਜਿਹੜੀ ਨਾਗਣ ਨੂੰਹ ਸੀ, ਇਹਨੇ ਕੀ ਡਰਾਮਾ ਰਚਾਇਆ ਸੀ ਕਿ ਕਾਸਮ ਨੂੰ ਕਿਵੇਂ ਗੋਲੀ ਵੱਜੀ ਹੈ? ਇਹਨੇ ਡਰਾਮਾ ਰਚਾਇਆ ਕਿ ਇੱਥੇ ਬੈਠੀ ਹੋਈ ਆ, ਤੇ ਇਹ ਬੈਠੀ ਹੋਈ ਆ, ਤੇ ਇਹਨੇ ਬਸ ਹਵਾ ਵਿਲਾ ਕਰ ਦਿੱਤਾ। ਹਵਾ ਵਿਲਾ ਕਰਕੇ ਤੇ ਇਹ ਚਲੇ ਗਈ ਹੈ। ਅੱਲਾ ਜਾਣੇ। ਉਹ ਫਿਰ ਪੁਲਿਸ ਵੀ ਆ ਗਈ ਹੈ, ਪੁਲਿਸ ਨੇ ਆ ਕੇ ਤੇ ਉਸੇ ਵਕਤ ਤਹਿਕੀਕਾਤ ਕਰ ਦਿੱਤੀ ਹੈ। ਤੇ ਇਹਨੇ ਕਿਹਾ ਕਿ ਉਹਨੂੰ ਫਿਰ ਛਿੱਤਰ ਪਏ ਆ, ਤੇ ਫਿਰ ਕਹਿਣ ਲੱਗੇ ਕਿ ਮੈਂ ਮਾਰਿਆ ਇਹ। ਹਾਏ ਹਾਏ ਦੱਸ, ਮੈਂ ਕਿਹਾ ਮੈਂ ਤੇ ਬੇਹੋਸ਼ ਹੋ ਗਈ ਕਿ ਦੇਖ ਕੇ, ਤੇ ਮੇਰਾ ਪੁੱਤਰ ਮਰ ਗਿਆ। ਤੁਹਾਡੇ ਕਿੰਨੇ ਪੁੱਤਰ ਹੈਗੇ ਨੇ? ਇਹੀ ਸੀ, ਦੋ ਹੀ ਸੀ, ਤੇ ਉਹ ਪਹਿਲੇ ਮਰ ਗਿਆ। ਇੱਕ 4 ਸਾਲ ਬਾਅਦ ਇਹ ਵੀ ਮਰ ਗਿਆ। कोई बेटा नहीं है ਤੁਹਾਡਾ? साडा कोई बेटा नहीं है। नाज़रीन, ये सादगी की इंतहा है कि ये बूढ़े वालिदैन, इनको क्या पता था कि वो ख़ातून मोबाइल के अंदर किसके साथ और क्या कर रही है। और जो ख़वातीन इस तरह के घर में शादी के बाद इस तरह के ताल्लुकात बनाते हैं या फिर मोबाइल फ़ोन का इस्तेमाल करते हैं, तो उनका नतीजा फिर यही होता है। इनको अगर ज़रा सा भी शक होता, क्योंकि इनको ये सादा लोग थे, इन्हें क्या पता था कि मोबाइल के अंदर ये कुछ काम कर रही है या फिर इस तरह के गुल खिलाने के लिए कोई नई खिचड़ी पकाने की कोशिश कर रही है। और जो कि उसने ये पकाकर ये साबित किया कि मैंने अपने खावंद को कत्ल क्यों करवाया। कासम के वालिद से भी बात करते हैं, उनको कैसे पता चला, और फिर जब इन लोगों ने अपनी बहू को पुलिस के हवाले करवाया, तो उसके बाद पुलिस ने जो तफ्तीश की बहू के हवाले से, और फिर बहू का जो आशना था उस तक कैसे पहुंची, और कैसे पता चला कि गोली कब और कैसे मारी गई, और इन दोनों का असल में मकसद क्या था कासम को अपने रास्ते से हटाने का।